जी कहते ने दस्ताने लियाते ने जराबा लियांदियां गरम वार्मर होर पजामियां ने टूथब्रश टूथपेस्ट और साढ़े कोल वैसलीन क्रीम है हेयर ऑयल है मतलब ਜਿਹੜੀ ਡੇਲੀ ਐਸੈਂਸ਼ੀਅਲ ਚੀਜ਼ਾਂ ਹੈਗੀਆਂ ਉਹ ਸਭ ਕੁਝ ਲੈ ਆਏ ਆਪਾਂ ਕਹਿੰਦੇ ਨੇ ਕੋਈ ਉਹਦੇ ਨਾਲ ਨਹੀਂ ਜੁੜੇ ਹੋਏ ਆਰਗੇਨਾਈਜੇਸ਼ਨ ਨਾਲ ਆਪਾਂ 4-5 ਯਾਰ ਦੋਸਤ ਹੈਗੇ ਆ ਜਿਨ੍ਹਾਂ ਨੇ ਗਰੁੱਪ ਬਣਾਇਆ ਔਰ ਜਿਹੜੇ ਸੇਵਾ ਕਰਨਾ ਚਾਹੁੰਦੇ ਨੇ ਉਹ ਸਾਨੂੰ ਕਹਿੰਦੇ ਨੇ ਡੋਨੇਸ਼ਨ ਦੇ ਦਿੰਦੇ ਨੇ ਜਾਂ ਫਿਰ ਰॉ ਮਟੀਰੀਅਲ ਦੇ ਦਿੰਦੇ ਨੇ ਜਿਹੜੇ ਨਾਲ ਚੱਲਣਾ ਚਾਹੁੰਦੇ ਐਜ਼ ਅ ਵॉलंटियर ਉਹ ਨਾਲ ਆ ਜਾਂਦੇ ਨੇ तो हम सिंगू भी गए हैं, टिकरी भी सेवा कर रहे हैं। अब गाजीपुर हो गया हमें 1 महीना आते हुए, तो करते रहेंगे जब तक यहाँ पे तब तक करना है। लेकिन आज सरकार ने इन किसानों का जो है विश्वास कहीं ना कहीं वो जो है अपने ऊपर से जो है हटा दिया है। ये कानून जो तैयार किए गए हैं ना कोई इनका आधार ना कोई इनका बेस, बिल्कुल दिक्कत बस यहाँ आती है पंजाब हरियाणा उत्तर प्रदेश और राजस्थान का कुछ हिस्सा, इसमें खेती सबसे अच्छी होती है। जहाँ खेती अच्छी होगी वो तो आदमी आएगा ही, जो खेती करेगा वही तो आगे आएगा। जहाँ खेती नहीं हो रही वो क्यों आएगा? ਇਸ ਵੇਲੇ ਅਸੀਂ ਦਿੱਲੀ ਦੇ ਨਾਲ ਲੱਗਦੇ ਗਾਜ਼ੀਪੁਰ ਬਾਰਡਰ ਦੇ ਉੱਤੇ ਖੜੇ ਹੋਏ ਹਾਂ। ਇੱਥੇ ਵੀ ਕਿਸਾਨਾਂ ਨੇ ਘੇਰਾਬੰਦੀ ਕੀਤੀ ਹੋਈ ਹੈ। ਪਿਛਲੇ ਕਈ ਦਿਨਾਂ ਤੋਂ ਕਿਸਾਨ ਇੱਥੇ ਵੀ ਬੈਠੇ ਹੋਏ ਨੇ। ਜਿਸ ਤਰੀਕੇ ਨਾਲ ਟਿਕਰੀ ਬਾਰਡਰ ਤੁਹਾਨੂੰ ਤਸਵੀਰਾਂ ਦਿਖਾਈਆਂ, ਸਿੰਘੂ ਬਾਰਡਰ ਦੀਆਂ ਤਸਵੀਰਾਂ ਦਿਖਾਈਆਂ, ਕੁੰਡਲੀ ਬਾਰਡਰ ਦੀਆਂ ਕਿ ਉੱਥੇ ਹਰ ਤਰ੍ਹਾਂ ਦਾ ਲੰਗਰ ਚੱਲ ਰਿਹਾ ਹੈ। ਇੱਥੇ ਵੀ ਪੰਜਾਬੀਆਂ ਨੇ ਮੋਰਚਾ ਸਾਂਭਿਆ ਹੋਇਆ ਹੈ। ਵੱਖ-ਵੱਖ ਸਟੇਟਾਂ ਤੋਂ ਆਏ ਹੋਏ ਨੇ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਦਸਤਾਨਿਆਂ ਦਾ ਵੀ ਲੰਗਰ ਲਾਇਆ ਗਿਆ ਹੈ। ਹੋਰ ਵੀ ਜਿਹੜਾ ਲੋੜੀਂਦਾ ਸਮਾਨ ਹੈਗਾ ਉਹ ਵੀ ਲੈ ਕੇ ਇੱਥੇ ਆਏ ਹੋਏ ਨੇ। ਕੀ ਨਾਮ ਤੁਹਾਡਾ ਭਾਈ ਤੇ ਕਿੱਥੋਂ ਆਏ ਤੁਸੀਂ? ਮੇਰਾ ਨਾਮ ਤਰਨਵੀਰ ਹੈ ਜੀ। ਮੈਂ ਵੈਸੇ ਦਿੱਲੀ ਰਹਿਣਾ ਪਰ ਪਿਛੋਕੜ ਆਪਣਾ ਪੰਜਾਬ ਦਾ ਹੀ ਆ। ਜ਼ਿਲ੍ਹਾ ਕਪੂਰਥਲਾ ਪਿੰਡ ਔਜਲਾ। ਹਾਂਜੀ ਪਿੰਡ ਔਜਲਾ। ਤੇ ਇੱਥੇ ਤੁਸੀਂ ਕਿੰਨੇ ਕੁ ਦਿਨਾਂ ਤੋਂ ਆ ਰਹੇ ਹੋ? ਸਾਨੂੰ 26 ਦਸੰਬਰ ਤੋਂ 26 ਨਵੰਬਰ ਤੋਂ ਆ ਰਹੇ ਹਾਂ ਆਪਾਂ ਜੀ ਪਹਿਲੇ ਦਿਨ ਤੋਂ। ਜਿਸ ਦਿਨ ਆਪਣਾ ਕਿਸਾਨ ਭਰਾਵਾਂ ਨੇ ਡਿਸਾਈਡ ਕੀਤਾ ਸੀ ਆਗੂਆਂ ਨੇ ਕਿ ਆਪਾਂ ਦਿੱਲੀ ਜਾ ਕੇ ਮੋਰਚਾ ਸੰਭਾਲਣਾ ਹੈ ਤੇ ਆਪਾਂ ਉਸੇ ਦਿਨ ਤੋਂ ਲੱਗ ਗਏ ਸੀਗੇ ਕਿ ਆਪਾਂ ਆਪਣੇ ਕਿਸਾਨ ਭਰਾਵਾਂ ਦਾ ਬਿਲਕੁਲ ਚੰਗੇ ਤਹਿ ਦਿਲੋਂ ਸਵਾਗਤ ਕਰਨਾ ਤੇ ਉਹਨਾਂ ਦੀ ਸੇਵਾ ਦੇ ਵਿੱਚ ਕੋਈ ਕਮੀ ਨਹੀਂ ਆਉਣ ਦੇਣੀ। ਜੋ ਚੀਜ਼ ਚਾਹੀਦੀ ਉਹ ਉਹਨਾਂ ਦੇ ਲਈ ਆਪਾਂ ਪੇਸ਼ ਕਰ ਦਾਂਗੇ ਜੀ। ਠੀਕ ਹੈ। ਅੱਜ ਤੁਸੀਂ ਕੀ ਨਾਲ ਲੈ ਕੇ ਆਏ ਹੋ ਕਿਸਾਨ ਭਰਾਵਾਂ ਵਾਸਤੇ? ਆਪਾਂ ਜੀ ਕਹਿੰਦੇ ਨੇ ਦਸਤਾਨੇ ਲਿਆਂਦੇ ਨੇ ਜਰਾਬਾ ਲਿਆਂਦੀਆਂ ਗਰਮ ਵਾਰਮਰ ਹੋਰ ਪਜਾਮੀਆਂ ਨੇ ਟੂਥਬ੍ਰਸ਼ ਟੂਥਪੇਸਟ ਹੋਰ ਸਾਡੇ ਕੋਲ ਵੈਸਲੀਨ क्रीम है हेयर ऑयल है मतलब ਜਿਹੜੀ ਡੇਲੀ ਐਸੈਂਸ਼ੀਅਲ ਚੀਜ਼ਾਂ ਹੈਗੀਆਂ ਉਹ ਸਭ ਕੁਝ ਲੈ ਆਏ ਆਪਾਂ। ਇਹ ਸੇਵਾ ਕਿੰਨਾਂ ਦੇ ਵੱਲੋਂ ਕੀਤੀ ਜਾ ਰਹੀ ਮਤਲਬ ਕਿ ਸੰਗਤਾਂ ਦਾ ਵੀ ਸਹਿਯੋਗ ਹੈ ਤੇ? ਆਪਾਂ ਕਹਿੰਦੇ ਨੇ ਕੋਈ ਉਹਦੇ ਨਾਲ ਨਹੀਂ ਜੁੜੇ ਹੋਏ ਆਰਗੇਨਾਈਜੇਸ਼ਨ ਨਾਲ। ਆਪਾਂ 4-5 ਯਾਰ ਦੋਸਤ ਹੈਗੇ ਆ ਜਿਨ੍ਹਾਂ ਨੇ ਗਰੁੱਪ ਬਣਾਇਆ ਔਰ ਜਿਹੜੇ ਸੇਵਾ ਕਰਨਾ ਚਾਹੁੰਦੇ ਨੇ ਉਹ ਸਾਨੂੰ ਕਹਿੰਦੇ ਨੇ ਡੋਨੇਸ਼ਨ ਦੇ ਦਿੰਦੇ ਨੇ ਜਾਂ ਫਿਰ ਰॉ ਮਟੀਰੀਅਲ ਦੇ ਦਿੰਦੇ ਨੇ। ਜਿਹੜੇ ਨਾਲ ਚੱਲਣਾ ਚਾਹੁੰਦੇ ਐਜ਼ ਅ ਵॉलंटियर ਉਹ ਨਾਲ ਆ ਜਾਂਦੇ ਨੇ। ਤੁਹਾਡਾ ਕੀ ਨਾਮ ਜੀ? मेरा नाम हरनूर है। ਤੁਸੀਂ ਕਿੱਥੋਂ ਆਏ ਹੋ? मैं भी दिल्ली तो ही हाँ। ਦਿੱਲੀ ਤੋਂ हाँ ਆਏ जी। ਹੋ। ਇਸ ਅੰਦੋਲਨ ਦੇ ਵਿੱਚ ਦੇਖਿਆ ਕਿ ਯੰਗਸਟਰ ਵੀ ਕਾਫੀ ਆ ਰਹੇ ਨੇ ਤੇ ਇਸ ਅੰਦੋਲਨ ਦੇ ਵਿੱਚ ਆ ਕੇ ਤੁਸੀਂ ਕੀ ਦੇਖਿਆ, ਕੀ ਮਹਿਸੂਸ ਕੀਤਾ? यही महसूस किया कि पहले तो हमारे ओल्डीज जो हमारे बड़े हैं उन्होंने शुरू किया, बट उनको देख के जो यूथ है उनको बहुत इंकरेजमेंट हुई। दे ऑल्सो सपोर्टेड और यही देखा है कि बहुत ओवरवेलमिंग एक्सपीरियंस है। सबको सब चाहते हैं एक दूसरे की हेल्प करना। तो हम सिंगू भी गए हैं, टिकरी भी सेवा कर रहे हैं। अब गाजीपुर हो गया हमें 1 महीना आते हुए, तो करते रहेंगे जब तक यहाँ पे तब तक करना है। आपने कहा कि आपने यहाँ पर आए जब तक आंदोलन चलेगा सेवा करेंगे। क्या कारण मानते हो कि ये आंदोलन इतना लंबा चला है? आज से पहले भी कई आंदोलन चले हैं। क्योंकि यूनिटी है। अगर खाली पंजाब के फार्मर्स करते तो यूनिटी नहीं होती, पर यहाँ पंजाब हरियाणा राजस्थान यूपी हर जगह के फार्मर्स आए हैं। जब एकजुट हो जाता है ना संगठन बन जाता है, फिर उसको कोई नहीं तोड़ सकता। नरेंद्र मोदी की गवर्नमेंट को आप किस नजरिए से देखते हैं? इतना लंबा संघर्ष चला, सत करते हैं हम नरेंद्र मोदी के गवर्नमेंट को। सत श्री अकाल। बस क्या कारण मानते हैं कि वो सरकार क्यों नहीं झुक रही, डिसीजन क्यों नहीं वापस ले रही जब किसान कह रहे हैं हमें ये कानून नहीं चाहिए? वो चाहते हैं कि कॉर्पोरेट्स को सपोर्ट करना चाहते हैं, अपने आगे उनको फंडिंग मिले अपने वोटिंग में, उसको वो सपोर्ट करना चाहते हैं जो ऊपर से हमें दिख रहा है। बाकी अंदर जो रीज़न है वो जाने, उनकी सरकार जाने। इस आंदोलन में यूथ की क्या भूमिका देखते हैं? हम है ना करें। ਥੈਂਕ ਯੂ। ਸੋ ਤੁਸੀਂ ਦੇਖਿਆ ਕਿ ਇੱਥੇ ਵੀ ਵੱਖ-ਵੱਖ ਤਰ੍ਹਾਂ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਦਿੱਲੀ ਤੋਂ ਵੀ ਜਿੱਦਾਂ ਕਿ ਪਰਿਵਾਰ ਆਏ ਹੋਏ ਨੇ ਤੇ ਹੋਰ ਵੀ ਜਿਹੜੇ ਲੋਕ ਹੈਗੇ ਨੇ ਤੁਹਾਨੂੰ ਦਿਖਾਣਾ ਤਸਵੀਰਾਂ ਇੱਥੋਂ ਦੀ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਆਏ ਤੁਸੀਂ? ਯੂਪੀ ਤੋਂ। ਯੂਪੀ ਤੋਂ ਜੀ। ਹਾਂਜੀ। ਕਿੰਨੇ ਦਿਨ ਹੋ ਗਏ ਇੱਥੇ ਆਏ ਨੂੰ? ਸਾਨੂੰ ਹੋ ਗਿਆ ਜੀ 25 ਦਿਨ। 25 ਦਿਨ ਹੋ ਗਏ। ਹਾਂਜੀ, ਪਹਿਲਾਂ ਆਏ ਸੀ ਚਲੇ ਗਏ ਸੀ। ਜੈਸੇ 4 ਤਰੀਕ ਨੂੰ ਆਏ ਸੀ ਚਲੇ ਗਏ ਸੀਗੇ।
ਤੇ ਇਹਨਾਂ 25 ਦਿਨਾਂ 'ਚ ਕਿਸੇ ਚੀਜ਼ ਦੀ ਕਮੀ ਮਹਿਸੂਸ ਹੋਈ ਹੈ ਕੋਈ ਇੱਥੇ? ਕੋਈ ਕਮੀ ਨਹੀਂ, ਖਾਣ ਪੀਣ ਦੀ, ਕੱਪੜੇ ਦੀ, ਕੋਈ ਚੀਜ਼ ਦੀ ਕਮੀ ਨਹੀਂ। ਲੰਗਰ ਦੀ, ਖਾਣਾ ਪੀਣਾ ਸਭ, ਚਾਹ ਪਾਣੀ, ਦੁੱਧ, ਸ਼ਾਮ ਨੂੰ ਦੁੱਧ ਦਿੰਦੇ ਆ, ਹੁਣ ਕਾਜੂ ਬਣਦੇ, ਬਦਾਮ ਬਣਦੇ, ਕਿਸੇ ਚੀਜ਼ ਦੀ ਲੋੜ ਨਹੀਂ। ਇੱਥੇ ਵੀ ਮਤਲਬ ਕਿ ਪੂਰੇ ਹਰ ਇੱਕ ਚੀਜ਼ ਦਾ ਲੰਗਰ ਲੱਗ ਰਿਹਾ ਹੈ। ਪੂਰੀ ਜੀ, ਕਿਸੇ ਚੀਜ਼ ਦੀ ਲੋੜ ਨਹੀਂ ਗੀ। ਨਹਾਉਣ ਦਾ ਤੱਤਾ ਪਾਣੀ ਮਿਲਦਾ ਹੈ, ਕੱਪੜੇ ਮਿਲਦੇ ਨੇ, ਲੋਈਆਂ, ਪਜਾਮੇ, ਜੁੱਤੀਆਂ, ਆ ਦੇਖੋ ਟਰਾਲੀ ਤੇ ਇਦਾਂ ਸਭ, किसी चीज़ की लोड़ नहीं। नमस्कार जी, क्या नाम आपका, तो कहाँ से आए हैं? जी मेरा नाम डॉक्टर कुलदीप मलिक है और मैं जिला मुजफ्फरनगर उत्तर प्रदेश से हूँ। ठीक, कितने दिन हो गए यहाँ पर आए? नहीं, मैं तो ऐसे मतलब टाइम टू टाइम आता रहता हूँ यहाँ पे। मेरा ग्रेटर नोएडा में निवास है और मैं प्रोफेसर हूँ ITS इंजीनियरिंग कॉलेज ग्रेटर नोएडा के अंदर। मेरी वाइफ, मेरी धर्मपत्नी डॉक्टर प्रियंका मलिक अमेठी यूनिवर्सिटी के अंदर प्रोफेसर है और हम किसान परिवार से हैं। और आज किसानों को यहाँ पे 38वां दिन है, तो मैं टाइम टू टाइम अलग अलग बॉर्डर पे जो भी मेरे से सहयोग होता है मैं आता जाता रहता हूँ यहाँ पे। प्रोफेसर हैं आप, जो अध्यापक होता है उसकी बहुत ही अहम भूमिका होती है इस समाज में, क्योंकि बच्चा जब घर से निकल के पढ़ने जाता है तो वहाँ पर टीचर उसको पढ़ाता है, जो दिशा सिखाता है उस तरफ बच्चे ने जाना होता है। आज बहुत बड़ी गिनती में टीचर, प्रोफेसर ये बात कह रहे हैं कि जो सेंट्रल सरकार है, नरेंद्र मोदी की गवर्नमेंट है, वो सही दिशा में नहीं चल रही है। तो आपकी पत्नी भी इस लाइन में, तो आप भी हैं, तो आपका क्या सोचना है कि नरेंद्र मोदी के जो डिसीजन लिया अभी तक, अगर 6-6.5 सालों का कार्यकाल देखें तो उसमें क्या लगता है कि काम कैसा रहा सरकार का? देखिए श्रीमान जी, अगर आप पूरे के पूरे 6 साल के कार्यकाल की बात कर रहे हैं तो ओबियसली जब सरकार काम करती है उसमें कुछ सही डिसीजन होते हैं और कुछ गलत डिसीजन भी होते हैं। अब कुछ गलत डिसीजन हो रहे हैं। सपोज करो मैं किसान के मुद्दे की बात करता हूं, बिल्कुल गलत डिसीजन है, लेकिन पूर्व में आदरणीय प्रधानमंत्री नरेंद्र मोदी जी ने जो काम किया है, अगर मैं काम की बात गिनवाऊं, धारा 370-35A का इतना बड़ा काम वो भी आदरणीय प्रधानमंत्री नरेंद्र मोदी जी ने किया है। तो ऐसा नहीं कि उन्होंने कोई काम सही नहीं किया, सही काम भी किए, लेकिन जिस तरीके से अब सरकार कहीं ना कहीं कुछ न कुछ उसका मार्ग जो है वो मार्ग से भटक गई है, तो यह बहुत ही बड़ा दुर्भाग्य है। और मैं तो ये कहना चाह रहा कि हाँ, जितने भी ये किसान यहाँ पे बैठे, इन किसानों ने कभी ना कभी नरेंद्र मोदी जी को, उनकी सरकार को सपोर्ट किया होगा, उन्होंने वोट दिया होगा, लेकिन आज सरकार ने इन किसानों का जो है विश्वास कहीं ना कहीं वो जो है अपने ऊपर से जो है हटा दिया है और ये सब सरकार के खिलाफ ही बैठे। ये बहुत ही बड़ा दुर्भाग्य है आदरणीय प्रधानमंत्री नरेंद्र मोदी जी के लिए भी, देश के लिए भी और देश की राजनीति के लिए भी। कहीं ना कहीं सरकार को सही ट्रैक पर आना पड़ेगा। जी, आपका क्या नाम है और कहाँ से आए आप? सर मैं जो संदीप हूँ और मैं जो है यहीं से आया हूँ, यहीं रहता हूँ लोकल में ही, नोएडा में ही। और मेरा विचार इसमें बहुत ही स्पष्ट है। ये कानून जो तैयार किए गए हैं, ना कोई इनका आधार, ना कोई इनका बेस, सोच समझकर एक नीति बनाकर जानबूझकर इन कानूनों को लाया गया है, जिससे कि इस देश के किसान और वो व्यक्ति जिनकी आय एक लिमिट से कम है उनको चीट किया जा सके और ये पैसा सीधे उन तक पहुंचे जिनके पास पहले बहुत पैसा है। सरकार तो कह रही है कि इससे किसानों की आमदन दुगनी हो जाएगी। कहने को तो मैं भी कह दूं कि मेरे पास बंगले हैं, गाड़ी हैं, आज एक है कल दो हो जाएंगे। कहने को तो मैं आपको भी कह दूं, आज आपके पास एक माइक है, कल आपके पास में अपना हो जाएगा न्यूज़ चैनल। क्या ऐसा हो जाएगा? क्या एक व्यक्ति विशेष के कुछ भी कहने से क्या कुछ ऐसा हो सकता है, जब तक कि वो चीज़ वाकई में ना हो जाए? आज की डेट में आपको ये नहीं पता कल क्या होगा और आपकी नीतियाँ आप खुद जानते हैं, ऐसा नहीं है। इतना बेवकूफ़ कोई नहीं होता। और जो लोग वहाँ बैठे हुए हैं और जो लोग इतने ऊंचे ऊंचे पद हासिल किए हुए हैं, उनके नीचे इतने IAS लोग काम कर रहे हैं, वो तो बिल्कुल इतने बेवकूफ़ नहीं हो सकते। यदि ऐसा होता तो ये लोग यहाँ पर नहीं बैठे हुए होते। यदि ऐसा होता तो इतने सारे स्टेट इंडिया के, पंजाब, हरियाणा, राजस्थान, MP, महाराष्ट्र, इतने सारे स्टेट इन्वॉल्व नहीं होते अगर ये वाकई होता तो, लेकिन ऐसा नहीं है। सेंट्रल गवर्नमेंट ये भी बात कह रही है कि जो ये आंदोलन है ये पंजाब और हरियाणा का आंदोलन है, लेकिन गाजीपुर में भी देखा, यहाँ पर भी बड़ी गिनती में किसान आए हुए हैं। तो लेकिन आपकी क्या समझ है कि वाकई पंजाब और हरियाणा का आंदोलन है या पूरे देश में फैल चुका है? बिल्कुल, दिक्कत बस यहाँ आती है पंजाब, हरियाणा, उत्तर प्रदेश और राजस्थान का कुछ हिस्सा, इसमें खेती सबसे अच्छी होती है। जहाँ खेती अच्छी होगी वो तो आदमी आएगा ही। इसमें तो कुछ हमें अपना ज़्यादा मायने लगाना चाहिए। भाई जो खेती करेगा वही तो आगे आएगा। जहाँ खेती नहीं हो रही वो क्यों आएगा? दिक्कत उनको है ना जो लोग खेती कर रहे हैं। तो चूंकि भारत के ये मुख्य राज्य हैं जहाँ पर खेती अत्यधिक होती है और उनकी संख्या ज़्यादातर खेती के ऊपर ही करती है डिपेंड, लोगों की रोजी रोटी खेती से ही आ रही है, तो वो लोग तो आगे आने हैं। लेकिन जहाँ पर ऐसे स्टेट भी हैं इंडिया में जहाँ पर की खेती थोड़ी
कम है। अब वो लोग भी साथ आना स्टार्ट हो गए हैं, अच्छी बात है, आना भी चाहिए, क्योंकि भारत का आउट ऑफ 100 70% व्यक्ति तो गांव में निवास कर रहा है। भारत की जीडीपी खेती से है भाई साहब, अंबानी से नहीं है यहाँ की जीडीपी। अगर हम खेती करना बंद कर दें तो हम भी देख लेंगे कि जो ये भारत को वहाँ ले जा रहे हैं, भारत कहीं नहीं जाएगा, भारत वापस वहीं से जाएगा जहाँ पहले था। ਭਾਈ ਤੁਹਾਡਾ ਕੀ ਨਾਮ ਤੇ ਤੁਸੀਂ ਕਿੱਥੋਂ ਆਏ? ਮੇਰਾ ਨਾਮ ਜਗਨਦੀਪ ਸਿੰਘ, ਮੇਰਾ ਡਿਸਟ੍ਰਿਕਟ ਗੁਰਦਾਸਪੁਰ ਪੰਜਾਬ। ਅੱਛਾ, ਤੁਸੀਂ ਗੁਰਦਾਸਪੁਰ ਤੋਂ ਵੀ ਇੱਥੇ ਆਏ ਹੋਏ ਹੈ ਤੇ ਇਹ ਤਾਂ ਮੰਨਿਆ ਜਾ ਰਿਹਾ ਸੀ ਕਿ ਯੂਪੀ ਵਾਲੇ ਪਾਸੇ ਜ਼ਿਆਦਾਤਰ ਲੋਕ ਇੱਧਰ ਪੁੱਜੇ ਹੋਏ ਨੇ ਤੇ ਤੁਸੀਂ ਟਿੱਕਰੀ ਤੇ ਹੋਰ ਬਾਰਡਰਾਂ ਤੇ ਵੀ ਗਏ? ਹਾਂਜੀ, ਮੈਂ ਟਿੱਕਰੀ ਬਾਰਡਰ ਤੇ ਵੀ ਗਿਆ, ਸਿੱਗੂ ਬਾਰਡਰ ਤੇ ਵੀ ਰਿਹਾ 3-4 ਦਿਨ। ਅੱਜ ਮੇਰਾ ਮਨ ਇੱਥੇ ਹੀ ਸੀਗਾ, ਮੈਂ ਇੱਥੇ ਵੀ ਆਇਆ। ਅਸੀਂ ਤਾਂ ਉਦੋਂ ਤੋਂ ਇੱਥੇ 26 ਤਰੀਕ ਤੋਂ ਹੀ ਡਟੇ ਹੋਏ ਆ। ਉੱਥੇ ਵੀ 4-5 ਦਿਨ ਉੱਥੇ ਰਹਿ ਲਈਦਾ, ਕਦੇ ਟਿੱਕਰੀ ਵੀ ਚੱਲ ਜੀਦਾ, ਕਈ 2-3 ਦਿਨ ਉੱਥੇ ਰਹਿ ਕੇ ਫਿਰ ਅੱਜ ਇੱਥੇ ਵੀ ਇੱਥੇ ਆਏ ਸੀ। 4 ਜਨਵਰੀ ਨੂੰ ਦੁਬਾਰਾ ਬੈਠਕ ਹੋਣ ਜਾ ਰਹੀ ਹੈ ਕੇਂਦਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ, ਕੀ ਲੱਗਦਾ ਹੈ ਉਮੀਦ ਹੈ ਮਸਲਾ ਹੱਲ ਹੋਊਗਾ? ਜੀ ਪਹਿਲੀਆਂ ਵੀ ਜਿਹੜੀਆਂ ਬੈਠਕਾਂ ਹੋਈਆਂ ਉਹ ਪੂਰੀ ਉਮੀਦ ਸੀ, ਪਰ ਸਰਕਾਰ ਨਹੀਂ ਕਰ ਰਹੀ। ਪਤਾ ਨਹੀਂ ਇਹ 2-4 ਬੰਦੇ ਜਿਹੜੇ ਨਹੀਂ ਕਰ ਰਹੇ, ਇਹਨਾਂ ਨੂੰ ਕਰ ਦੇਣਾ ਚਾਹੀਦਾ। ਜੋ ਵੀ ਇੰਨੇ ਕਿਸਾਨ ਇੰਨੀ ਠੰਡ ਦੇ ਵਿੱਚ ਤੁਸੀਂ ਦੇਖ ਹੀ ਗਰਾਊਂਡ ਜ਼ੀਰੋ ਮੀਡੀਆ ਤੋਂ ਦਿਖਾਓ ਤੁਸੀਂ ਕਿਸ ਹਾਲਾਤ ਤੇ ਕਿੰਨੇ 40-50 ਸਾਡੇ ਕਿਸਾਨ ਬਜ਼ੁਰਗ ਸ਼ਹੀਦ ਹੋ ਗਏ ਆ। ਤੇ ਇਹਨਾਂ ਨੂੰ ਮਤਲਬ ਮੈਨੂੰ ਦੇ ਹਿਸਾਬ ਤੋਂ ਨਹੀਂ ਵੀ ਇਹਨਾਂ ਨੂੰ ਚਾਹੀਦਾ ਨਹੀਂ ਇੱਦਾਂ ਕਰਨਾ, ਵੀ ਕੁਛ ਵੀ ਨਹੀਂ ਹੋਣਾ। ਸਾਨੂੰ ਇੱਥੇ ਤੱਕ ਆਉਣ ਦੀ ਨੌਬਤ ਹੀ ਨਹੀਂ ਸੀ ਪੈਣੀ ਅਗਰ ਇਹ ਕਾਨੂੰਨ ਜਦੋਂ ਪੰਜਾਬ 'ਚ ਹੀ ਬੈਠੇ ਸੀ ਧਰਨਿਆਂ ਤੇ ਉਦੋਂ ਹੀ ਰੱਦ ਕਰ ਦਿੰਦੇ। ਇੱਕ ਦਿਨ ਦਾ ਸੈਸ਼ਨ ਬੁਲਾ ਕੇ ਮੰਨ ਲਓ GST ਲਿਆਉਣ ਵਾਸਤੇ ਅੱਧੀ ਰਾਤ ਨੂੰ ਸੈਸ਼ਨ ਖੁਲਾ ਸਕਦੀ ਹੈ, ਪਾਰਲੀਮੈਂਟ ਖੁੱਲ੍ਹ ਸਕਦਾ, ਤੇ ਇਹ ਕਾਨੂੰਨ ਬਣਾਉਣ ਵਾਸਤੇ ਇੱਕ ਦਿਨ ਪਾਰਲੀਮੈਂਟ ਬੁਲਾ ਕੇ ਤੇ ਸਾਰਾ ਰੱਦ ਕਰ ਦੇਣ, ਕੋਈ ਬੜੀ ਗਲਤ ਨਹੀਂ ਹੈ। ਇਹ ਮੰਨ ਲੈਣਾ ਚਾਹੀਦਾ ਪ੍ਰਧਾਨ ਮੰਤਰੀ ਨੂੰ, ਕਿਹੜੀ ਗੱਲ ਤੋਂ ਅੜੀ ਲਾਏ। ਤੁਹਾਡਾ ਕੀ ਨਾਮ ਜੀ ਔਰ ਕਿੱਥੋਂ ਆਏ ਤੁਸੀਂ? मेरा नाम किशनपाल है, मैं मैनपुरी से आया हूँ। अभी आप एक सवाल पूछ रहे थे कि सरकार ये कह रही है कि ये पंजाब का और कहाँ का बता रहे थे आप? हरियाणा का। तो सरकार अब ये कह रही है, पहले तो सरकार ये कह रही थी अफगानिस्तानी है और कहाँ खालिस्तानी है। अब सरकार को ये तो सद्बुद्धि आई, सरकार को ये समझ आ जाना चाहिए कि हमारा ये आंदोलन है, ये हिंदुस्तान के किसानों का आंदोलन है, और जितनी जल्दी मोदी जी के समझ में आ जाएगा उतना ही अच्छा है। मोदी जी ने हमें नोटबंदी के नाम पे धोखा दिया, हमें CA के नाम पे धोखा दिया, हमें NRC के नाम पे धोखा दिया, हमें GST के नाम पे धोखा दिया, और हमें इलेक्शन में जो हमारे साथ जो मैनिफेस्टो लाए थे कि तुम्हारी आय डबल कर देंगे, हम हवाई चप्पल वालों को हवाई जहाज पे बिठा देंगे, हमारे साथ जो है ना पीठ पे खंजर भोंके गए हैं। अब की बार इन्होंने हमारे जो पेट पे छुरा भोंका है ना, इसलिए किसान जाग के खड़ा हो गया है। आपने कहा कि मोदी सरकार ने आपको बहुत धोखे दिए, जनता को देश की बहुत धोखे दी हैं, फिर क्या बड़ा कारण है कि पहले से ज़्यादा बहुमत से मोदी सरकार सत्ता में आई? इसलिए आई कि हमने ये कहा था इस बंदे ने, ये गरीब माँ का बेटा है, ये गरीब परिवार से आया है, ये चाय बेचता था, इसे दौलत की ज़रूरत नहीं है, इसे बीवी नहीं है, इसके बच्चे नहीं हैं, और ये अपने आप को 35 साल काम उसमें रह के आया, जंगल में किसी में रह के आया। तो हमने ये सोचा था कि संत महात्मा आदमी होगा तो संत महात्मा हमारे देश में झूठ नहीं बोलते। लेकिन अगर ये भी मैंने अब कुछ सालों में देखा है कि हमारे देश को अगर कहीं बर्बाद किया है, हमारा विश्वास तोड़ा है, अगर हमारे साथ कहीं धोखा किया है तो हमारे देश के संत महात्माओं ने किया है। उन्हीं में एक हमारे प्रधानमंत्री जी भी हैं, उन्होंने भी हमारे साथ धोखा किया है। धोखा दिया जब से 2014 में आए, 2017 में आए, उत्तर प्रदेश में जब वो आए, और वो हमारे यहाँ 2019 में आए, तब मेरे साथ धोखा किया। जो उन्होंने मैनिफेस्टो में कहा था एक काम नहीं किया, बल्कि ये 3 कानून और हमें दे दिए जो हमें अडानी और अंबानी का पट्टा डाला, कुत्ता बना दिया। तो हम कुत्ता नहीं बनना चाहते। हमारा 1947 में देश आज़ाद हुआ था और फिर हम आज़ादी में रहना चाहते हैं। हम किसी सरूक के, किसी साहूकार के गुलाम नहीं बनना चाहते हैं। मोदी जी को अगर मोदी जी ने उनसे अगर कुछ ले रखा है तो मोदी जी प्रधानमंत्री से इस्तीफा दें, और उनके यहाँ गुलामी करने के लिए छूट है, लेकिन प्रधानमंत्री को गुलाम नहीं बनने देंगे। हाँ जी, आप क्या कहना चाहते हैं और क्या नाम है? अंशु गौड़, ग्रेटर नोएडा से आया हूँ। अभी 4-5 चीज़ तो एक जिम्मेदार नागरिक होने के नाते मुझे स्पष्ट हुई हैं। कृषि कानूनों का मैंने अभी तक कोई भी, मैं अपनी बात कर रहा हूँ केवल, तो कृषि कानूनों का मैं अभी तक कहीं भी कुछ भी क्या कहना चाहिए आपको नहीं पढ़ पाया। स्थिति को स्पष्ट करने के लिए सरकार को कम से कम इतना अवश्य करना चाहिए कि कृषि कानूनों की प्रतियाँ बनाए, इनके सदा किसानों के और जो सरकार के बीच में आपस में जो क्लैश है उसको ख़त्म करने के लिए बिल्कुल सुस्पष्ट करने के लिए वो बांट दे आम जनता में, खुली चर्चा कराए,
ये सही है, ये गलत है, नंबर एक। नंबर दो बात ये है, ये भी बात मैं इस बारे में मतलब लगभग कंफर्म हूँ, इस बारे में लगातार चिंतन चल रहा, बहुत समय से देख रहा हूँ। किसी एक व्यक्ति या दो व्यक्ति के पास में सत्ता का विकेंद्रीकरण नहीं होना चाहिए। मतलब अंबानी अडानी के पास ना हो सारी ताकत। एज ए कस्टमर ये एक थंब रूल है, एज ए कस्टमर, एज ए पीपल, एज ए आम जनता होने के नाते ये एक थंब रूल है कि मेरे पास में अगर मैं आपसे मतलब बोले इसकी क्या कहना चाहिए, आपके वेस्टर्न यूपी की या पंजाब की हरियाणा की भाषा में कहूँ तो मेरे पास बंधने के लिए ज़्यादा खूंटे होने चाहिए। मेरे पास बंधने के लिए ज़्यादा खूंटे होने चाहिए, ऐसा नहीं होना चाहिए मेरे पास खूंटे ही दो, है ना। मेरे पास ऑप्शंस तो हों। जब मेरे पास ऑप्शंस होंगे, ऐसा क्यों हो रहा है कि केवल सारी सत्ता वहीं जा रही है सारी। क्या मानते हैं आप कि ये आंदोलन क्या छोड़कर जाएगा पीछे पैड? क्या लोग महसूस करेंगे, क्या दे के जाएगा ये आंदोलन देश को? भगवान ना करे किसी गलत स्थिति जाए, अगर भगवान ना करे किसी गलत स्थिति जाए, किसी देश की अस्थिरता के लिए गलत, मतलब देश की अस्थिरता के लिए गलत है किसी भी देश की, तो लेकिन ये जब कहूँगा, अगर एक शब्द में कहूँ, चर्चा और मंथन। चर्चा जिस बात पे आम आदमी सोचने को तैयार, उसे लग रहा है मैं तो डायरेक्टली इससे इफेक्टेड ही नहीं हूँ, जबकि आप इनडायरेक्टली इफेक्टेड हैं। अगर कल को आटे के रेट बढ़ जाते तो आप इनडायरेक्टली इफेक्टेड हो गए ना, आप इनडायरेक्टली इफेक्टेड हो गए। और मंथन, जब आपको लगेगा कि हाँ भाई ये चीज़ ज़रूरी है तो आप मंथन करना शुरू करोगे, आप चिंतन शुरू करोगे। ऐसा है कि ऐसा है, किसानों का साथ दूं ना दूं, किसानों का साथ दूं ना दूं, कब करोगे आप? जब आप समझोगे कि इसकी इंपॉर्टेंस है तभी तो करोगे। तो चर्चा और मंथन ये दो चीज़ तो छोड़ के जाएगा ही जाएगा, जाना भी चाहिए। आपका क्या नाम, कहाँ से आए? मेरा नाम जसविंदर ਸਿੰਘ, ਮੈਂ ਰੁद्रਪੁਰ ਉੱਤਰਾਖੰਡ ਸੇ ਆਇਆ ਹਾਂ। ਤੁਸੀਂ ਇੱਥੇ ਕਿੰਨੇ ਦਿਨ ਹੋ ਗਏ ਆਏ ਨੂੰ? ਸਾਨੂੰ ਇੱਥੇ 10 ਦਿਨ ਹੋ ਗਏ ਨੇ ਆਏ ਨੂੰ। 10 ਦਿਨ ਆਏ। ਹਾਂਜੀ ਤੇ ਕੀ ਮਹਿਸੂਸ ਕੀਤਾ 10 ਦਿਨਾਂ ਦੇ ਵਿੱਚ ਇੱਥੇ ਆ ਕੇ? ਠੰਡ ਵਧੀ ਹੋਈ ਹੈ। ਹਾਂਜੀ, ਠੰਡ ਵਧੀ ਹੋਈ ਹੈ। ਠੰਡ ਦੇ ਨਾਲ ਨਾਲ ਸਾਡਾ ਕਿਸਾਨਾਂ ਦਾ ਜੋਸ਼ ਵੀ ਵਧਿਆ ਹੈ, ਕਿਉਂਕਿ ਸਾਡੇ ਗੁਰੂਆਂ ਨੇ ਸਾਡੇ ਲਈ ਸ਼ਹੀਦਾਂ ਕੀਤੀਆਂ, ਕਿਉਂਕਿ ਉਹਨਾਂ ਨੇ ਕਹਿ ਦਿੱਤਾ ਸੀ ਕਿ ਚਾਰ ਮੂੰਹ ਤੇ ਕਿਆ ਹੁਆ ਜੀਵਤ ਕਈ ਹਜ਼ਾਰ। ਅੱਜ ਸਾਡੇ ਹਜ਼ਾਰਾਂ ਤੋਂ ਨਹੀਂ ਕਰੋੜਾਂ ਵਿੱਚ ਸਾਡੀ ਜ਼ਿੰਦਗੀ ਸੰਖਿਆ ਸਾਡੀ ਵੱਧ ਗਈ ਹੈ। ਇਸ ਕਰਕੇ ਸਾਨੂੰ ਮੋਦੀ ਸਾਹਿਬ ਇਹ ਸਮਝ ਲੈਣ ਕਿ ਸਾਨੂੰ ਠੰਡ ਨਹੀਂ ਲੱਗਣੀ। ਅਗਰ ਅਸੀਂ ਠੰਡ ਸੋਚ ਕੇ ਭਾਜਾਂਗੇ ਠੰਡ ਵਧੇਗੀ, ਟੈਂਪਰੇਚਰ ਡਿੱਗੇਗਾ, ਨਹੀਂ। ਕਿਉਂਕਿ ਸਾਡੇ ਉੱਤੇ ਜੋ ਕਾਨੂੰਨ ਮੋਦੀ ਸਾਹਿਬ ਨੇ ਲਾ ਦਿੱਤੇ ਨੇ, ਇਹ ਆਉਣ ਵਾਲੇ ਸਮੇਂ ਸਾਡੀਆਂ ਪੀੜ੍ਹੀਆਂ ਵੀ ਸਾਨੂੰ ਆਖਣਗੀਆਂ ਕਿ ਹਾਂ ਵੀ ਜਦੋਂ ਇਹ ਅੰਦੋਲਨ ਚੱਲਣ ਡਿਆ ਸੀ ਕਿਸਾਨਾਂ ਦਾ, ਕਿ ਤੁਸੀਂ ਸਾਡੇ ਲਈ ਕੀ ਕਰ ਗਏ। ਕਿਉਂਕਿ ਜਦੋਂ ਗੁਲਾਮੀ ਦੀ ਔਰ ਇੱਕ ਵਾਰੀ ਹੋਰ ਇਹ ਦੇਸ਼ ਜਾਣ ਡਿਆ, ਕਿਉਂਕਿ ਜੇ ਗੁਲਾਮੀ ਦੀ ਔਰ ਕਿਉਂ ਜਾਣ ਡਿਆ ਹੈ ਕਿ ਅੰਬਾਨੀ ਅੰਡਾਣੀ ਇਹ ਕਿਸਾਨਾਂ ਨੂੰ ਗੁਲਾਮ ਬਣਾਉਣ ਡੇ ਨੇ। ਜੋ ਇਹਨਾਂ ਨੇ ਕਹਿਤਾ ਕਿ ਬਾਰ-ਬਾਰ ਇਹ ਕਹਿੰਦੇ ਨੇ ਮੋਦੀ ਸਾਹਿਬ ਕਿ ਹਾਂ ਵੀ ਅਸੀਂ ਤੁਹਾਨੂੰ ਛੂਟ ਦਿੱਤੀ, ਤੁਸੀਂ ਆਪਣੀ ਫਸਲ ਜਿੱਥੇ ਮਰਜ਼ੀ ਵੇਚ ਲਓ। ਇਸ ਤੋਂ ਇਲਾਵਾ ਇਹਨਾਂ ਦਾ ਮੰਤਰੀ ਮੰਡਲ ਕੋਈ ਵੱਧ ਸਪੀਚ ਨਹੀਂ ਦਿੰਦਾ ਕਿ ਹਾਂ ਵੀ ਜਿੱਥੇ ਮਰਜ਼ੀ ਵੇਚ ਲਓ, ਜਿੱਥੇ ਮਰਜ਼ੀ ਵੇਚ ਲਓ। ਪਹਿਲੀ ਗੱਲ ਇਹ ਪਹਿਲਾਂ ਛੂਟ ਸੀ, ਅਸੀਂ ਜਿੱਥੇ ਮਰਜ਼ੀ ਫਸਲ ਵੇਚਦੇ ਸਾਂ। ਦੂਜੀ ਗੱਲ, ਛੋਟਾ ਕਾਸ਼ਤਕਾਰ 10 ਕਿਲੋਮੀਟਰ ਏਰੀਆ ਤੋਂ ਵੱਧ ਕਿੱਥੇ ਜਾ ਕੇ ਵੇਚ ਸਕਦਾ। ਇਸ ਤੋਂ ਦੂਜੀ ਗੱਲ, ਸਾਨੂੰ MSP ਤੇ ਕਾਨੂੰਨ ਚਾਹੀਦਾ, ਲਿਖਿਤ ਗਾਰੰਟੀ ਇਹ ਚਾਹੀਦੀ ਹੈ ਕਿ ਕੋਈ ਇਸ ਤੋਂ ਘੱਟ ਨਾ ਵੇਚੇ। ਰਹੀ ਗੱਲ ਇਹ ਮਾਡਲ ਦੱਸਦੇ ਨੇ ਕਿ ਹਾਂ ਬਿਹਾਰ ਪੰਜਾਬ ਤੇ ਹਰਿਆਣੇ ਦਾ ਅੰਦੋਲਨ ਹੈ, ਹੋਰ ਕਿਸੇ ਸਟੇਟ ਦਾ ਨਹੀਂ। ਅਸੀਂ ਉੱਤਰਾਖੰਡ ਤੋਂ ਆਏ ਹਾਂ, UP ਦੇ ਆਏ ਨੇ, ਇੱਥੋਂ ਮਹਾਰਾਸ਼ਟਰ, ਰਾਜਸਥਾਨ ਸਭ ਤੋਂ ਆਏ ਨੇ। ਸਾਰਿਆਂ ਨਾਲੋਂ ਵੱਡੀ ਗੱਲ ਹੈ ਕਿ ਜਦ ਪੰਜਾਬ ਦਾ ਕਾਸ਼ਤਕਾਰ ਦੀ ਸਾਲਾਨਾ ਆਏ 2.5 ਲੱਖ ਰੁਪਈਆ ਹੈ, ਹਰਿਆਣੇ ਦੀ 1.5 ਲੱਖ ਰੁਪਈਆ ਹੈ, ਬਿਹਾਰ ਦੀ 42,000 ਰੁਪਈਆ ਹੈ। ਸਾਨੂੰ ਮਾਡਲ ਪੰਜਾਬ ਵਾਲਾ ਚਾਹੀਦਾ ਕਿ ਬਿਹਾਰ ਵਾਲਾ ਚਾਹੀਦਾ? ਇਹ ਆਉਂਦੇ ਨੇ ਕਿ ਅਸੀਂ ਬਿਹਾਰ ਮਾਡਲ ਪੂਰੇ ਦੇਸ਼ 'ਚ ਲਾਗੂ ਕਰਾਂਗੇ। ਬਿਹਾਰ ਦਾ ਭਈਆ ਜਾ ਕੇ ਤੇ ਬੰਦਾ ਉੱਥੇ ਪੰਜਾਬ 'ਚ ਦਿਹਾੜੀ ਕਰਦਾ, ਤੇ ਅਸੀਂ ਕਿੱਥੇ ਜਾਈਏ? ਸਾਡਾ ਤਾਂ ਅੱਧਾ ਪੰਜਾਬ ਤੇ ਅੱਧਾ ਹਰਿਆਣਾ, ਜਦ ਕਿ ਸਾਡਾ ਉੱਧਰ ਉਤਰਾਈ ਦਾ ਜੋ ਇਲਾਕਾ ਹੈ ਅੱਧਾ ਬਾਹਰ ਵਿਦੇਸ਼ਾਂ 'ਚ ਪਹਿਲਾਂ ਜਾ ਕੇ ਬੈਠਾ ਹੋਇਆ। ਸਾਨੂੰ MSP ਤੇ ਕਾਨੂੰਨ ਬਣਾਉਣ, ਠੀਕ ਹੈ। ਅਗਰ ਇਹਨਾਂ ਨੇ ਬਾਹਰ ਟ੍ਰੇਡਰਸ ਵੀ ਲੈਂਦੇ ਨੇ, ਪਹਿਲਾਂ 6% ਹੀ ਤੇ ਕਹਿੰਦੀ ਨਾ ਗੌਰਮੈਂਟ ਕਿ ਪੰਜਾਬ ਤੇ ਹਰਿਆਣੇ 6% ਅਸੀਂ MSP ਤੇ ਖਰੀਦਦਾਰੀ ਹੁੰਦੀ ਹੈ, ਬਾਹਰ ਨਹੀਂ ਹੁੰਦੀ ਕਿਤੇ ਵੀ। ਅਗਰ 94% ਬਾਹਰ ਖਰੀਦਦਾਰੀ ਟ੍ਰੇਡਰਸ ਹੀ ਤੇ ਖਰੀਦ ਰਹੇ ਨੇ, ਇਹ ਕਾਨੂੰਨ ਕਿਉਂ ਨਹੀਂ ਬਣਾਉਂਦੇ ਕਿ ਹਾਂ ਵੀ 94% ਵੀ ਖਰੀਦਣ ਤੇ ਟ੍ਰੇਡਰਸ ਖਰੀਦੇ, ਉਸ ਤੋਂ ਥੱਲੇ ਨਾ ਖਰੀਦੇ। ਜਦ ਕਿ ਸਰਕਾਰ ਦਾ ਪਰ ਸਟੇਟਮੈਂਟ ਸੀ ਪਿਛਲੀ ਮੀਟਿੰਗ ਦੇ ਵਿੱਚ ਕਿ ਅਸੀਂ ਇੰਨਾ ਰੁਪਈਆ ਕਿੱਥੋਂ ਲਿਆਵਾਂਗੇ, ਸਾਨੂੰ ਘਾਟਾ ਹੋ ਜਾਏਗਾ। ਤੁਸੀਂ ਤਾਂ ਭਾਈ 6% ਹੀ ਤੇ ਖਰੀਦ ਰਹੇ ਜੇ, 100% ਥੋੜੀ ਖਰੀਦ ਰਹੇ ਜੇ। 6% ਤੁਸੀਂ ਖਰੀਦੇ, 94% ਜਿਹੜਾ ਬਾਹਰ ਅਦਰਸ ਖਰੀਦੇ ਉਹ ਲਵੇ। ਉਸ 'ਤੇ ਤੁਸੀਂ ਮੰਡੀਆਂ ਬਣਾਓ, ਜਿਹੜਾ ਕੰਮ ਕਰਨ ਲਾ ਉਹ ਨਹੀਂ ਕਰਨ ਦੇ। ਉਸ ਤੋਂ ਬਾਅਦ ਇਹ ਕਹਿੰਦੇ ਨੇ ਕਿ ਹਾਂ ਵੀ ਇਹ 20 ਸਾਲ ਤੋਂ ਅਸੀਂ ਇਹਦੇ 'ਤੇ ਚਰਚਾ ਹੋਈ ਤਾਂ ਇਹ ਬਿੱਲ ਆਏ ਨੇ। ਇਹ 20 ਸਾਲ ਤੋਂ ਚਰਚਾ ਤੁਸੀਂ ਕੀਤੀ ਕਿਹਦੇ ਨਾਲ? ਸਾਡੀ ਜਥੇਬੰਦੀਆਂ ਆਉਂਦੀਆਂ ਨੇ, ਸਾਨੂੰ ਸੰਗਠਨ ਦਾ ਨਾਮ ਦੱਸ ਦਿਓ। ਨਿਊਜ਼ ਚੈਨਲ ਵਾਲੇ ਪੁੱਛਦੇ ਨੇ ਸਾਨੂੰ ਉਹਨਾਂ ਦਾ ਸਟੇਟ ਨਾਂ ਦੱਸ ਦਿਓ, ਸੰਗਠਨ ਉਹ ਨਾਂ ਨਹੀਂ ਨਾ ਦੱਸਣੇ। ਇਹ ਲਿਆ ਕੇ ਬਹਾ ਦਿੰਦੇ ਨੇ ਸਟੂਡੀਓ ਦੇ ਵਿੱਚ ਕਿ ਹਾਂ ਵੀ ਇਹ ਸਾਡੇ ਪੱਖ ਦੇ ਨੇ। ਉਸ ਤੋਂ ਬਾਅਦ ਸਾਡੇ UP ਦੇ ਵਿੱਚ, ਸਾਡੇ ਉੱਤਰਾਂਚਲ ਦੇ ਵਿੱਚ ਸਾਡੇ ਮੁੱਖ ਮੰਤਰੀ ਨੇ, ਅਧਿਅਕਸ਼ ਨੇ, ਵੰਸ਼ੀਧਰ ਭਗਤ ਨੇ ਕੀਤੀ ਸੀ, ਰੈਲੀ ਕੀਤੀ ਸੀ।
ਰੈਲੀ ਕਰਨ ਡਏ ਨੇ ਕਿ ਹਾਂ ਵੀ ਅਸੀਂ ਜਾ ਕੇ ਤੁਹਾਨੂੰ ਸਮਝਾਉਣ ਡਏ ਆ, ਫੇਸ ਟੂ ਫੇਸ ਗੱਲ ਕਰਨ ਨਾ ਜਾ ਕੇ ਪਿੰਡਾਂ 'ਚ ਹੁਣ ਸਾਨੂੰ ਸਮਝਾਉਣ। ਅਸੀਂ 15 ਦਿਨ ਹੋ ਗਏ ਨੇ ਇੱਥੇ ਬੈਠੇ, ਸਾਡੇ ਪਿੰਡ ਹੀ ਆ ਜਾਣ। ਪਰਸੋਂ ਇਹਨਾਂ ਦਾ ਵਿਧਾਇਕ ਸਾਡੇ ਨਾਂ ਨਹੀਂ ਲੈਣਾ ਚਾਹੀਦਾ, ਰਾਜੇਸ਼ ਸ਼ੁਕਲਾ ਸਾਡੇ ਪਿੰਡ ਆਇਆ, ਸੜਕ ਬਣਨੀ ਹੈ ਮਾਰਚ ਦੇ ਵਿੱਚ, ਉਦਘਾਟਨ ਕਰਨ ਦਸੰਬਰ 'ਚ ਆ ਗਿਆ। ਉਹਨੇ ਆ ਕੇ ਕਿਉਂ ਨਹੀਂ ਸਾਨੂੰ ਫਾਇਦੇ ਸਮਝਾਏ ਕਿ ਹਾਂ ਵੀ ਇਹ ਫਾਇਦੇ ਨੇ, ਤੁਸੀਂ ਇਹਨਾਂ ਦਾ ਵਿਰੋਧ ਕਿਉਂ ਕਰਨ ਡਏ ਜੇ? ਅਸੀਂ ਵੀ ਮੋਦੀ ਸਾਹਿਬ ਨੂੰ ਵੋਟ ਦਿੱਤੇ ਨੇ, ਲੇਕਿਨ ਹੁਣ ਗਲਤੀ ਨਹੀਂ ਕਰਾਂਗੇ, ਇੱਕ ਵਾਰੀ ਕਰ ਲਈਏ। ਇਹ ਨੁਕਸਾਨ ਆਪਣਾ ਕਰ ਰਹੇ ਨੇ। ਮੋਦੀ ਸਾਹਿਬ ਕਿਉਂ ਨਹੀਂ ਸੁਣਨ ਡੇ? ਇਹ ਸੁਣਦੇ, ਇਹਨਾਂ ਦੀ ਜਾਨ ਜਿਵੇਂ ਰਾਵਣ ਦੀ ਜਾਨ ਧੁੰਨੀ 'ਚ ਸੀ ਨਾ, ਉਵੇਂ ਮੋਦੀ ਸਾਹਿਬ ਦੀ ਜਾਨ EVM 'ਚ। ਜਿੰਨਾ ਚਿਰ EVM ਬੰਦ ਨਹੀਂ ਹੁੰਦੇ, ਅਗਰ ਇਹ ਬੈਲਟ ਪੇਪਰ ਨਾਲ ਇਲੈਕਸ਼ਨ ਹੁੰਦਾ ਤੇ ਮੋਦੀ ਸਾਹਿਬ ਕੀ, ਅਮਿਤ ਸ਼ਾਹ ਸਾਹਿਬ ਕੀ, ਸਾਰਿਆਂ ਨੇ ਇੱਥੇ ਬੈਠੇ ਹੋਣਾ ਸੀ। ਇਹ ਸਾਨੂੰ ਫਾਇਦੇ ਸਮਝਾਉਂਦੇ ਨੇ। ਮਹਾਰਾਸ਼ਟਰ ਸੱਦ ਲੈਂਦੇ ਨੇ, ਅਸੀਂ ਫਾਇਦੇ ਆ ਗਏ। ਕੱਛ ਤੁਰ ਜਾਂਦੇ। ਆਪਣੇ ਸਟੇਟ ਹੀ ਤੁਸੀਂ ਦੱਸ ਦਿਓ ਕਿ ਜਦੋਂ ਦੇ ਕਾਨੂੰਨ ਬਣੇ ਨੇ ਕਿ ਤੁਸੀਂ MSP ਤੋਂ ਵੱਧ ਕਿੱਥੇ ਫਸਲ ਵੇਚੀ ਹੈ। ਅਸੀਂ ਝੋਨਾ ਵੇਚਿਆ 800 ਰੁਪਏ 900 ਰੁਪਏ ਕੁਇੰਟਲ, ਇਹ 1888 ਰੁਪਏ ਰੇਟ ਹੈ, 900 ਰੁਪਏ ਅਸੀਂ ਵੇਚਣ ਡਏ ਆ। ਇੱਕ ਸਾਲ ਬਾਅਦ 21 ਚੜ ਗਿਆ ਨਾ। ਮੋਦੀ ਸਾਹਿਬ ਕਹਿੰਦੇ 2022 'ਚ ਅਸੀਂ ਆਮਦਨ ਡਬਲ ਕਰ ਦਿਆਂਗੇ। ਕਿਹੜੇ ਹਿਸਾਬ ਨਾਲ ਕਰ ਦੇਣਗੇ ਵੀ ਤੇ ਦੱਸਣ। 1888 ਤਾਂ ਅਸੀਂ ਅੱਧ 'ਚ ਆ ਗਏ ਆ। ਸਾਲ ਬਾਅਦ ਸਾਨੂੰ ਫਾਰਮੂਲਾ ਤੇ ਦੱਸ ਦੇਣ ਕਿ ਆਵੇਂ ਇਸ ਫਾਰਮੂਲੇ ਦੇ ਤਹਿਤ ਅਸੀਂ ਕਿਸਾਨਾਂ ਦੀ ਆਮਦਨ ਡਬਲ ਕਰਨੀ ਹੈ। ਤੁਸੀਂ ਗੱਲ ਕੀਤੀ EVM ਦੀ, ਹਾਂਜੀ ਕਿ EVM ਰਾਹੀਂ ਸਰਕਾਰ ਜਿੱਤਦੀ ਆਈ ਹੈ, ਹਾਂਜੀ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜੇ EVM ਰਾਹੀਂ ਜਿੱਤਦੀ ਆਈ ਹੈ ਤੇ ਇਸ ਅੰਦੋਲਨ ਦੇ ਵਿੱਚੋਂ EVM ਦੇ ਵਿਰੁੱਧ ਵੀ ਆਵਾਜ਼ ਉੱਠਣੀ ਚਾਹੀਦੀ ਹੈ? ਬਿਲਕੁਲ, ਅਸੀਂ ਅਪੀਲ ਕਰਾਂਗੇ ਤੁਹਾਡੇ ਰਾਹੀਂ ਆਪਣੇ ਜਥੇਬੰਦੀਆਂ ਨੂੰ ਕਿ ਹਾਂ ਵੀ ਇਹਦੇ ਨਾਲ ਇਹ ਮੁੱਦਾ ਵੀ ਹੋਣਾ ਚਾਹੀਦਾ ਹੈ, ਕਿਉਂਕਿ ਕਾਨੂੰਨ ਜਿੰਨਾ ਚਿਰ EVM ਬੈਨ ਨਹੀਂ ਹੋਏਗੀ, ਮੋਦੀ ਦੀ ਜਾਨ ਸਮਝੋ ਦੇ ਵਿੱਚ, ਕਿਉਂਕਿ ਮੋਦੀ ਕਿਉਂ ਨਹੀਂ ਸੁਣਨ ਡਿਆ? ਤੁਸੀਂ ਆਪ ਦੇਖਣ ਦੇ, ਸਾਰੀ ਕਵਰੇਜ ਕਰਨ ਦੇ ਜੇ। ਅੱਜ 1.5 ਮਹੀਨਾ ਲਗਭਗ ਹੋ ਗਿਆ ਹੈ, 45-46 ਸ਼ਹਾਦਤਾਂ ਵੀ ਹੋ ਗਈਆਂ ਨੇ। ਮੋਦੀ ਕਿਉਂ ਨਹੀਂ ਸੁਣਨ ਡਿਆ? ਇੱਕ ਟਾਵਰ ਪੰਜਾਬ 'ਚ ਟੁੱਟ ਜਾਂਦੇ ਨੇ ਤੇ ਮੋਦੀ ਸਾਹਿਬ ਦਾ ਟਵੀਟ ਵੀ ਆ ਜਾਂਦਾ ਤੇ ਮਨ ਕੀ ਬਾਤ ਵਿੱਚ ਦੁੱਖ ਵੀ ਜ਼ਾਹਿਰ ਹੋ ਜਾਂਦਾ ਹੈ। ਸਾਡੇ 46 ਬੰਦੇ ਕਿਸਾਨ ਸ਼ਹੀਦ ਹੋ ਜਾਂਦੇ ਨੇ, ਇਹਨਾਂ ਦਾ ਕੋਈ ਟਵਿੱਟਰ ਤੇ ਟਵੀਟ ਨਹੀਂ ਆਉਂਦਾ, ਕੋਈ ਇਹ ਦੁੱਖ ਜ਼ਾਹਿਰ ਨਹੀਂ ਕਰਦੇ। ਪਰਸੋਂ ਇੱਕ ਦੁੱਖ ਦੀ ਗੱਲ ਏ, ਗੁੱਸਾ ਵੀ ਆਉਂਦਾ, ਦੁੱਖ ਵੀ ਆਉਂਦਾ। ਪਰਸੋਂ ਇਹਨਾਂ ਦੀ ਇੱਕ ਨਿਊਜ਼ ਚੈਨਲ ਤੇ ਬੈਠ ਕੇ ਪ੍ਰਵਕਤਾ ਸੀ, ਉਹ ਕਹਿੰਦੀ ਸਾਨੂੰ ਸਬੂਤ ਦਿਓ, ਸਾਨੂੰ ਸਬੂਤ ਦਿਓ ਕਿ ਹਾਂ ਵੀ ਉੱਥੇ ਕਿਸਾਨ ਸ਼ਹੀਦ ਹੋਏ ਕਿ ਨਹੀਂ ਹੋਏ। ਤੁਸੀਂ ਆ ਕੇ ਇੱਥੇ ਵੇਖੋ, ਅੱਜ ਵੀ ਇੱਕ ਕਿਸਾਨ ਨੇ ਆਤਮ ਹੱਤਿਆ ਕੀਤੀ ਹੈ। ਕੱਲ ਦੇ ਇੱਕ ਠੰਡ ਨਾਲ ਮਾਰ ਕੇ। ਸਾਡਾ ਕੀ ਗੱਲ ਦਿਲ ਕਰਦਾ ਕਿ ਅਸੀਂ 15 ਦਿਨ ਤੋਂ ਸਾਡੇ ਬਜ਼ੁਰਗ ਬੈਠੇ ਨੇ, ਸਾਡੇ ਭਰਾ ਬੈਠੇ ਨੇ, ਭੈਣਾਂ ਬੈਠੀਆਂ ਨੇ, ਠੰਡ ਆ ਕੇ ਬੈਠੇ, ਸਾਡਾ ਜੀ ਨਹੀਂ ਕਰਦਾ। ਇਹ ਜਿੰਨੇ ਕਾਨੂੰਨ ਬਣਾਉਂਦੇ ਇਸ ਵਿੱਚ ਬਹਿ ਕੇ ਇੱਕ ਬਣਾ ਛੱਡਦੇ ਨੇ। ਇੱਕ ਗੱਲ ਹੋਰ ਮੈਂ ਤੁਹਾਡੇ ਰਾਹੀਂ ਪੁੱਛਣਾ ਚਾਹੁੰਦਾ ਕਿ ਜਿੰਨੇ ਵੀ ਇਹਨਾਂ ਨੇ, ਜਦੋਂ ਇਹਨਾਂ ਕਾਨੂੰਨ ਬਣਾਏ ਸੀ, ਕਿਸੇ ਜਥੇਬੰਦੀ ਨੂੰ ਪੁੱਛਿਆ ਸੀ ਇਹਨਾਂ ਨੇ ਕਾਨੂੰਨ ਬਣਾਉਣ ਲੱਗਿਆਂ? ਕਿਸੇ ਇਹਨਾਂ ਨੇ ਅਰਥ ਸ਼ਾਸਤਰੀ ਨੂੰ ਜਿਹੜਾ ਜ਼ਮੀਨ ਨਾਲ ਜੁੜਿਆ ਹੋਵੇ ਉਹਨਾਂ ਨੂੰ ਪੁੱਛਿਆ ਸੀ? ਦੇਵੇਂਦਰ ਸ਼ਰਮਾ ਦੀ ਸਪੀਚ ਮੈਂ ਪਰਸੋਂ ਸੁਣ ਰਿਹਾ ਸਾਂ, ਮੈਨੂੰ ਬਹੁਤ ਵਧੀਆ ਲੱਗੀ ਕਿ ਹਾਂ ਵੀ 1977 ਤੋਂ ਲੈ ਕੇ ਹੁਣ ਤੱਕ ਕਿਸਾਨਾਂ ਨੂੰ 45 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ। ਇਹ ਸਾਨੂੰ ਫਾਇਦੇ ਸੁਣਾਉਣ ਡੇ ਨੇ, ਸਾਨੂੰ ਫਾਇਦੇ ਦੱਸਣ ਤੇ ਸਹੀ। ਇਹ ਆਪਣੇ ਰਾਜ ਚਲੇ ਜਾਂਦੇ ਨੇ, ਗੁਜਰਾਤ ਚਲੇ ਜਾਂਦੇ ਨੇ ਕਿ ਹਾਂ ਵੀ ਉੱਤੇ ਆ ਅਸੀਂ 10 ਆਏ 4-5 ਬੰਦੇ ਭਾਲੇ ਕਿ ਆ ਫਾਇਦੇ ਨੇ। ਯਾਰ ਤੁਸੀਂ ਬਾਰਡਰ ਤੇ ਆ ਜਾਓ ਨਾ, ਸਾਨੂੰ ਹੀ ਤਾਂ ਸਮਝਾ ਦਿਓ। ਇੱਕ ਗੱਲ ਮੈਂ ਤੁਹਾਡੇ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਕਿ ਕੁਛ ਅੰਧ ਭਗਤ ਤੇ ਮੀਡੀਆ 'ਚ ਵੀ ਨੇ, ਮੈਂ ਕੁਛ ਹੈਨ ਅੰਧ ਭਗਤ ਕਿ ਹਾਂ ਵੀ ਜੋ ਸਾਨੂੰ ਕਦੀ ਅਲਗਾਵਵਾਦੀ, ਕਦੀ ਖਾਲਿਸਤਾਨੀ ਕੁਛ ਦੱਸ ਦਿੰਦੇ ਨੇ। ਯਾਰ ਤੁਸੀਂ ਇੱਥੇ ਆ ਕੇ ਵੇਖੋ ਤੇ ਸਹੀ, ਇਹ ਫੰਡਿੰਗ ਕਿੱਥੋਂ ਹੋਣ ਡਈ ਹੈ, ਸਾਹਿਬ ਸੇਵਾ ਕਿੱਥੋਂ ਹੋਣ ਡਈ ਹੈ। ਜਦੋਂ ਇਹੋ ਸਾਡੇ ਖਾਲਸੇ ਨੇ ਇਹਦੇ ਵਿੱਚ ਕਰੋਨਾ ਵਿੱਚ ਲੰਗਰ ਲਾਏ ਸਨ ਤੇ ਉਦੋਂ ਅਸੀਂ ਖਾਲਿਸਤਾਨੀ ਨਹੀਂ ਸਾਂ। ਅੱਜ ਅਸੀਂ ਆਪਣੇ ਹੱਕਾਂ ਲਈ, ਆਪਣੀ ਮੰਗਾਂ ਲਈ ਅਸੀਂ ਲੰਗਰ ਲਾਤੇ ਨੇ, ਅਸੀਂ ਖਾਲਿਸਤਾਨੀ ਹੋ ਗਏ। ਇਹਨਾਂ ਦੇ ਸਮਝ ਨਹੀਂ ਆਉਂਦੀ ਇੱਕ ਦੇਸ਼ ਨੂੰ ਕਹਿਣਾ ਕੀ ਚਾਹੁੰਦੇ ਨੇ। ਤੁਸੀਂ ਬੜੀਆਂ ਗੱਲਾਂ, ਬੜੀ ਤਸਵੀਰ ਕਲੀਅਰ ਕੀਤੀ ਹੈ, ਸਾਫ਼ ਕੀਤੀ ਹੈ। 4 ਜਨਵਰੀ ਦੀ ਬੈਠਕ ਤੋਂ ਤੁਹਾਨੂੰ ਕੋਈ ਉਮੀਦ ਹੈ? ਵੇਖੋ, ਅਗਰ ਬੈਠਕ ਤੋਂ ਉਮੀਦ ਹੁੰਦੀ ਨਾ, ਇਹ ਥੱਲੋਂ ਦੀ ਕੰਮ ਚਾਲੂ ਨਾ ਕਰਦੇ, ਕਿਉਂ ਗਿਣਤੀ ਹਮੇਸ਼ਾ ਉੱਤੋਂ ਦੀ ਚਾਲੂ ਹੁੰਦੀ, ਥੱਲੋਂ ਦੀ ਨਹੀਂ ਚਾਲੂ ਹੁੰਦੀ। ਇਸੇ ਕਰਕੇ ਮੋਦੀ ਨੂੰ ਕਹਿੰਦੇ ਨੇ ਕਿ ਇੱਕ ਪੜ੍ਹਿਆ ਲਿਖਿਆ ਨਹੀਂ। ਅਗਰ ਇਹ ਪੜ੍ਹਿਆ ਲਿਖਿਆ ਹੁੰਦਾ ਤਾਂ ਸ਼ੁਰੂ ਤੋਂ ਹੀ ਕਹਿੰਦਾ ਕਿ ਠੀਕ ਹੈ ਤੁਸੀਂ ਆਏ ਹੋ, ਬਵੋ, ਠੀਕ ਹੈ। ਗਲਤੀ ਦੁਨੀਆ ਤੋਂ ਗਲਤੀ ਹੋ ਜਾਂਦੀ ਹੈ, ਇਹ ਨਹੀਂ ਗਲਤੀ ਨਹੀਂ ਹੁੰਦੀ। ਅਗਰ ਇਹਨਾਂ ਨੇ ਕਾਨੂੰਨ ਦੇ ਵਿੱਚ ਕੁਝ ਕਰਨਾ ਹੁੰਦਾ ਤੇ ਸ਼ੁਰੂ ਤੋਂ ਹੀ ਗੱਲ ਕਰਦੇ। ਉਸ ਤੋਂ ਬਾਅਦ ਤੁਸੀਂ ਕਹਿੰਦੇ ਜੇ ਕਿ ਹਾਂ ਵੀ ਕੀ ਉਮੀਦ ਹੈ? ਜਿਹੜੇ ਇਹਨਾਂ ਨੇ 2 ਕਾਨੂੰਨ ਮੰਗੇ ਨੇ, ਇਹਨਾਂ ਨੇ ਅਜੇ ਤੱਕ ਸਟੇਟਮੈਂਟ ਨਹੀਂ ਆਇਆ ਤਾਂ ਉਮਰ ਸਾਹਿਬ ਦਾ, ਕਿਸੇ ਦਾ ਵੀ, ਅਮਿਤ ਸ਼ਾਹ ਦਾ, ਮੋਦੀ ਸਾਹਿਬ ਦਾ, ਕਿ ਅਸੀਂ ਕਾਨੂੰਨ ਰੱਦ ਕਰ ਰਹੇ ਹਾਂ। ਅਖੀਰ ਦੇ ਵਿੱਚ ਕੀ ਅਪੀਲ ਕਰਨਾ ਚਾਹੋਗੇ ਤੁਸੀਂ? ਅਸੀਂ ਮੋਦੀ ਸਾਹਿਬ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਅਸੀਂ ਵੀ ਤੁਹਾਨੂੰ ਵੋਟ ਦਿੱਤੇ ਨੇ, 2014 ਦੇ ਵੀ ਦਿੱਤੇ ਸੀ, 19 'ਚ ਵੀ ਦਿੱਤੇ ਨੇ। ਤੁਸੀਂ ਇਸ ਵੇਖੋ ਇੱਥੇ ਆ ਕੇ, ਅਸੀਂ ਨਾ ਇੱਥੇ ਅੰਧ ਭਗਤ ਬੈਠੇ ਨੇ, ਨਾ ਅਸੀਂ ਕਾਂਗਰਸੀ ਹਾਂ, ਨਾ ਖਾਲਿਸਤਾਨੀ ਹਾਂ। ਅਸੀਂ ਵੀ ਤੁਹਾਨੂੰ ਵੋਟ ਦਿੱਤੇ ਨੇ, ਅਸੀਂ ਉਹਨਾਂ ਹੀ ਸਾਡਾ ਹੱਕ ਹੈਗਾ ਹੈ ਜਿੰਨਾ ਤੁਹਾਡਾ ਇਸ ਦੇਸ਼ ਤੇ ਆ। ਤੇ ਪਲੀਜ਼ ਇਹਨਾਂ ਤੁਸੀਂ ਸਾਡੇ ਸਾਡੀਆਂ ਮੰਗਾਓ। MSP ਤੇ ਸਾਨੂੰ ਕਾਨੂੰਨ ਬਣਾ ਕੇ ਦਿਓ, ਲਿਖਿਤ ਗਰੰਟੀ ਦਿਓ ਤੇ ਕਾਨੂੰਨ ਵਾਪਸ ਲਓ। ਜੋ ਤੁਸੀਂ 3 ਕਾਲੇ ਕਾਨੂੰਨ ਮਾਣੀਆਂ ਡਾਣੀ ਬਣਾਏ ਨੇ
ਤੇ ਅਸੀਂ ਤੁਹਾਡੀ ਜੈ ਜੈਕਾਰ ਕਰਕੇ ਇੱਥੋਂ ਜਾਵਾਂਗੇ। ਸੋ ਤੁਸੀਂ ਸੁਣਿਆ ਕਿ ਇਹ ਗਾਜ਼ੀਪੁਰ ਦੇ ਬਾਰਡਰ ਦੇ ਉੱਤੇ ਜਿਹੜੇ ਲੋਕ ਧਰਨਾ ਦੇ ਰਹੇ ਨੇ ਉਹਨਾਂ ਦੇ ਵਿਚਾਰ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਜਿਹੜੀ ਹੈਗੀ ਹੈ ਇਹ ਈਵੀਐਮ ਦੀ ਸਰਕਾਰ ਹੈ, ਕਿਉਂਕਿ ਜਦੋਂ ਪੂਰੇ ਦੇਸ਼ ਦੇ ਕਿਸਾਨ ਅੰਦੋਲਨ ਕਰਦੇ ਹੋਣ ਤੇ ਉਸ ਵੇਲੇ ਭਾਰਤ ਦਾ ਪ੍ਰਧਾਨ ਮੰਤਰੀ ਪੈਰ ਪਿੱਛੇ ਖਿੱਚਣ ਨੂੰ ਤਿਆਰ ਨਾ ਹੋਵੇ, ਉਹ ਇਸ ਕਰਕੇ ਕਿ ਉਸ ਨੂੰ ਕਿਸਾਨਾਂ ਦੇ ਨਾਲੋਂ ਜ਼ਿਆਦਾ ਭਰੋਸਾ ਈਵੀਐਮ ਦੇ ਉੱਤੇ ਹੈ। ਉਸ ਨੂੰ ਇਹ ਭਰੋਸਾ ਹੈਗਾ ਕਿ ਮੇਰੇ ਕੋਲ ਈਵੀਐਮ ਹੈ, ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ। ਨਾਲ ਹੀ ਇੱਥੇ ਇੱਕ ਗੱਲ ਹੋਰ ਵੀ ਉਹਨਾਂ ਨੇ ਵੱਡੀ ਕਹੀ ਹੈ ਕਿ ਜਦੋਂ ਕਰੋਨਾ ਸੰਕਟ ਸੀ ਦੁਨੀਆ ਦੇ ਉੱਤੇ, ਪੂਰੀ ਦੁਨੀਆ ਦੇ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਨੇ ਲੰਗਰ ਲਾਏ, ਉਸ ਵੇਲੇ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ, ਸ਼ਲਾਘਾ ਕੀਤੀ ਗਈ। ਤੇ ਅੱਜ ਜਦੋਂ ਉਹ ਆਪਣੇ ਹੱਕਾਂ ਲਈ ਲੰਗਰ ਲਾ ਰਹੇ ਨੇ ਤਾਂ ਉਹਨਾਂ ਨੂੰ ਖਾਲਿਸਤਾਨੀ ਆਖਿਆ ਜਾ ਰਿਹਾ ਹੈ, ਉਹਨਾਂ ਨੂੰ ਮਾਓਵਾਦੀ ਆਖਿਆ ਜਾ ਰਿਹਾ ਹੈ, ਉਹਨਾਂ ਨੂੰ ਵੱਖਵਾਦੀ ਆਖਿਆ ਜਾ ਰਿਹਾ ਹੈ। ਸੋ ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿਲ ਕਦੋਂ ਪਿਘਲੇਗਾ, ਕਿਉਂਕਿ ਪੂਰੇ ਦੇਸ਼ ਦੀ ਜਿਹੜੀ ਜਨਤਾ ਹੈਗੀ ਹੈ ਉਹ ਲਾਮਬੰਦ ਹੁੰਦੀ ਜਾ ਰਹੀ ਹੈ, ਜਾਗਰੂਕ ਹੁੰਦੀ ਜਾ ਰਹੀ ਹੈ। ਇਹ ਹੁਣ ਕਿਸਾਨ ਅੰਦੋਲਨ ਦਾ ਬਣ ਕੇ ਇੱਕ ਜਨ ਅੰਦੋਲਨ ਦਾ ਰੂਪ ਲੈਂਦਾ ਜਾ ਰਿਹਾ ਹੈ ਤੇ ਨਰਿੰਦਰ ਮੋਦੀ ਦੀ ਸਰਕਾਰ, ਐਨਡੀਏ ਬੀਜੇਪੀ ਦੀ ਸਰਕਾਰ ਦਾ ਜਿਹੜਾ ਚਿਹਰਾ ਹੈਗਾ ਉਹ ਕਿਸਾਨ ਵਿਰੋਧੀ ਬਣਦਾ ਜਾ ਰਿਹਾ ਹੈ। ਹੋਰ ਵੀ ਇੱਥੇ ਲੋਕਾਂ ਨਾਲ ਗੱਲਾਂ ਬਾਤਾਂ ਕਰਾਂਗੇ, ਉਹ ਵੀ ਤੁਹਾਨੂੰ ਰਾਏ ਸੁਣਾਉਂਦੇ ਹਾਂ।